ਇਹ ਜਥੇਦਾਰ ਸੰਤੋਖ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਦਾ ਜੋ 70 ਸਾਲ ਦਾ ਇਤਿਹਾਸ ਹੈ ਉਹਦੇ ਨੇੜੇ ਵੀ ਨਹੀਂ ਆ ਸਕਦੇ। ਔਨ ਰਿਕਾਰਡ ਕਹਿ ਰਿਹਾ, ਉਹਦੇ ਨੇੜੇ ਵੀ ਨਹੀਂ ਆ ਸਕਦੇ। ਈਜ਼ੀ ਵਾਕ ਥਰੂ ਨਹੀਂ ਹੋਏਗਾ, ਇਹ ਕੰਡਿਆਂ ਦੀ ਤਾਰ ਦਾ ਤਾਜ ਹੋਏਗਾ ਜਿਹੜਾ ਵੀ ਆਪਣੇ ਸਿਰ ਤੇ ਲਏਗਾ। ਤੁਸੀਂ ਘਰੋਂ ਨਿਕਲੇ ਕਿਉਂ ਨਹੀਂ? ਇਹ ਗੱਲਾਂ ਕਰਨੀਆਂ ਬੰਦ ਕਰ ਦਿਓ। ਤੁਸੀਂ ਆਪਣਾ ਦਰਦ ਸ਼ੋਅ ਕਰਦੇ ਹੋ ਨਾ, ਜੇ ਦਰਦ ਸ਼ੋਅ ਕਰਦੇ ਹੋ ਤਾਂ ਜਾ ਕੇ ਉਹਨਾਂ ਨੂੰ ਚੁਣਦੇ ਨਾ ਜਿਨ੍ਹਾਂ ਨੂੰ ਤੁਸੀਂ ਠੀਕ ਸਮਝਦੇ ਹੋ। ਉਹ ਸੰਗਤ ਦੀ ਕਚਹਿਰੀ 'ਚ ਮੈਂ ਸੁਰਖਰੂ ਹੋ ਕੇ ਆਇਆ, ਇਸ ਕਰਕੇ ਮੈਨੂੰ ਕਿਸੇ ਹੋਰ ਦੀ ਸਰਟੀਫਿਕੇਟ ਦੀ ਲੋੜ ਨਹੀਂ ਔਰ ਇਹਦਾ ਖਮਿਆਜ਼ਾ ਭੁਗਤੋਗੇ। ਪੋਸਟ ਇਲੈਕਸ਼ਨ ਤੁਸੀਂ ਸਰਨਾ ਬ੍ਰਦਰਜ਼ ਦੇ ਨਾਲ ਅਲਾਈਅੰਸ ਕੀਤਾ ਹੈ, ਉਹਨਾਂ ਨੂੰ ਕੋਆਪ ਦੇ ਵਿੱਚ ਵੀ ਤੁਸੀਂ ਸਪੋਰਟ ਕੀਤਾ ਹੈ। ਵਾਜ਼ ਇਟ ਅ ਪੋਲੀਟੀਕਲ ਕੰਪਲਸ਼ਨ ਕਿ ਤੁਸੀਂ ਅੱਗੇ ਵੀ ਸਰਨਾ ਦਲ ਦਾ ਸਾਥ ਦੋਗੇ? ਮੇਰਾ ਕੋਈ ਸਰਨਾ ਦਲ ਦੇ ਵਿੱਚ ਨਾ ਕੋਈ ਮਰਜਰ ਹੈ, ਨਾ ਕੋਈ ਜਾਗੋ ਇੱਕ ਅਲੱਗ ਆਇਡੈਂਟੀਟੀ ਹੈ। ਸਰਨਾ ਸਾਹਿਬ ਦਾ ਆਪਣਾ ਅਕਾਲੀ ਦਲ ਹੈਗਾ। ਮੇਰੀ ਇਸ਼ੂ ਬਹੁਤ ਬੇਸ ਸਪੋਰਟ ਹੈਗੀ ਹੈ। ਇਸ਼ੂ ਅੱਜ ਇਹ ਹੈਗਾ ਕਿ ਕੀ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਆਣੇ ਚਾਹੀਦੇ ਕਿ ਨਹੀਂ ਆਣੇ ਚਾਹੀਦੇ। ਇਸ਼ੂ ਇਹ ਹੈਗਾ ਕਿ ਇਹਨਾਂ ਨੇ ਮਿਸਯੂਜ਼ ਆਫ MCC ਜਿਹਨੂੰ ਕਹਿੰਦੇ ਮਾਡਲ ਕੋਡ ਆਫ ਕੰਡਕਟ ਨੂੰ ਵਾਇਲੇਟ ਕਰਕੇ ਇਹਨਾਂ ਨੇ ਇਲੈਕਸ਼ਨਾਂ ਜਿੱਤੀਆਂ ਨੇ। ਇਹਨਾਂ ਨੇ ਨਸ਼ਾ ਪੈਸਾ ਗੁਰਦੁਆਰੇ 'ਚੋਂ ਇਹਨਾਂ ਨੇ ਵਜ਼ੀਫੇ ਲਗਾ ਕੇ ਲੰਗਰਾਂ ਦੇ ਪੈਕੇਟ ਵੰਡ ਕੇ ਰਾਸ਼ਨ ਦੇ ਪੈਕੇਟ ਵੰਡ ਕੇ ਇਹਨਾਂ ਨੇ ਇਲੈਕਸ਼ਨਾਂ ਜਿੱਤੀਆਂ ਨੇ। ਔਰ ਸਭ ਤੋਂ ਵੱਡੀ ਗੱਲ 37% ਪੋਲਿੰਗ ਹੋਈ ਹੈ, 63% ਬੰਦਾ ਪੋਲਿੰਗ ਕਰਨ ਨਹੀਂ ਆਇਆ ਬਾਹਰ। ਸੋ ਮੈਂ ਸਮਝਦਾ ਵਾਂ ਕਿ ਇਸ ਵੇਲੇ ਇੱਕ ਮਜ਼ਬੂਤ ਆਪੋਜੀਸ਼ਨ ਹੋਣੀ ਚਾਹੀਦੀ ਹੈ। ਉਹਦੇ ਵਿੱਚ ਇਹ ਮੈਨੂੰ ਕਰਨਾ ਪਿਆ ਔਰ ਮੈਂ ਕੀਤਾ ਹੈ। ਜੇ ਸਪੋਰਟ ਹੀ ਕਰਨਾ ਸੀ ਸਰਨਿਆਂ ਨੂੰ ਤੇ ਤੁਹਾਨੂੰ ਨਹੀਂ ਲੱਗਦਾ ਕਿ ਪ੍ਰੀ ਇਲੈਕਸ਼ਨ ਅਲਾਈਅੰਸ ਹੋਣਾ ਚਾਹੀਦਾ ਸੀ ਤੇ ਅੱਜ ਸਮੀਕਰਨ ਕੁਝ ਹੋਰ ਹੀ ਹੁੰਦੇ? ਮੈਂ ਸਮਝਦਾ ਕਈ ਦਫਾ ਹਾਲਾਤ ਐਸੇ ਹੁੰਦੇ ਨੇ ਕਿ ਕਈ ਫੈਸਲੇ ਨਹੀਂ ਲਿੱਤੇ ਜਾਂਦੇ। ਇਸ ਤੋਂ ਪਹਿਲੇ ਅਗਰ ਅਸੀਂ ਇਕੱਠੇ ਮਿਲ ਕੇ ਲੜਦੇ ਤੇ ਅਸੀਂ ਤਕਰੀਬਨ 40 ਸੀਟਾਂ ਤੋਂ ਉੱਤੇ ਜਾਣਾ ਸੀ ਔਰ ਜਿਹੜਾ ਅਕਾਲੀ ਦਲ ਬਾਦਲ ਹੈ ਉਹ 5 ਜਾਂ 6 ਸੀਟਾਂ ਤੇ ਸਿਮਟ ਜਾਣਾ ਸੀਗਾ। ਲੇਕਿਨ ਨਹੀਂ, ਉਸ ਵੇਲੇ ਐਸੇ ਹਾਲਾਤ ਬਦਲੇ ਜਾਂ ਸਾਡੀ ਆਪਸ ਦੇ ਵਿੱਚ ਜਿਹੜੀ ਅੰਡਰਸਟੈਂਡਿੰਗ ਸੀ ਉਹ ਨਹੀਂ ਹੋ ਸਕੀ, ਉਹਦਾ ਨੁਕਸਾਨ ਹੋਇਆ ਸਾਨੂੰ। ਇੱਕ ਟਾਈਮ ਜਿਨ੍ਹਾਂ ਨੇ ਤੁਹਾਡੀ ਸਭ ਤੋਂ ਜ਼ਿਆਦਾ ਖਿਲਾਫਤ ਕੀਤੀ, ਤੁਹਾਡੇ ਉੱਤੇ ਕਰਪਸ਼ਨ ਦੇ ਐਲੀਗੇਸ਼ਨ ਲਗਾਏ, ਈਵਨ FIR ਵੀ ਕੀਤੀ, ਬਹੁਤ ਖਿਲਾਫਤ ਕੀਤੀ ਤੁਹਾਡੀ, ਅੱਜ ਤੁਸੀਂ ਉਹਨਾਂ ਦੇ ਨਾਲ ਸਮਝੌਤਾ ਕੀਤਾ। ਇਜ਼ ਇਟ ਰੇਜ਼ ਅ ਕੁਐਸਚਨ ਔਨ ਦ ਮੋਰੈਲਿਟੀ ਆਫ ਦ ਪੋਲਿਟਿਕਸ ਯੂ ਆਰ ਡੂਇੰਗ? ਮੈਂ ਸਮਝਦਾ ਕਿ ਮੈਂ ਇਲੈਕਸ਼ਨ ਜਿੱਤ ਕੇ ਆਇਆ ਵਾਂ ਔਰ ਮੇਰੇ ਤੇ ਇਲਜ਼ਾਮ ਲਗਾਉਣ ਵਾਲਾ ਮਨਜਿੰਦਰ ਸਿੰਘ ਸਿਰਸਾ, ਜਿਨ੍ਹਾਂ ਨੇ ਕਾਗਜ਼ ਕਦੀ ਸਰਨਿਆਂ ਨੂੰ ਦਿੱਤੇ, ਕਦੀ ਸ਼ੰਟੀ ਨੂੰ ਦਿੱਤੇ, ਕਦੀ ਕਿਸੇ ਨੂੰ ਦਿੱਤੇ, ਝੂਠੇ ਕਾਗਜ਼ ਬਣਾ ਕੇ ਦਿੱਤੇ, ਉਹਦਾ ਇੱਕ ਝੂਠ ਸਾਬਤ ਪਰਤ ਵਾਈਸ ਪਰਤ ਖੁੱਲ੍ਹਦਾ ਪਿਆ ਹੈ ਔਰ ਇਹ ਆਉਣ ਵਾਲੇ ਸਮੇਂ 'ਚ ਹੋਰ ਵੀ ਖੁੱਲ੍ਹ ਜਾਏਗਾ। ਲੇਕਿਨ ਕਿਉਂਕਿ ਕੋਰਟ ਐਸੀ ਹੈ ਕਿ ਇੱਕ ਕੋਰਟ 'ਚੋਂ ਮੈਂ ਜਿੱਤਾਂ, ਉਹ ਦੂਜੀ ਜਾਣਗੇ, ਤੀਜੀ ਜਾਣਗੇ, 20 ਸਾਲ ਚੱਲਦੇ ਰਹਿਣਗੇ। ਸਭ ਤੋਂ ਵੱਡੀ ਕਚਹਿਰੀ ਸੰਗਤ ਦੀ ਹੈ, ਉਹ ਸੰਗਤ ਦੀ ਕਚਹਿਰੀ 'ਚੋਂ ਮੈਂ ਸੁਰਖਰੂ ਹੋ ਕੇ ਆਇਆ, ਇਸ ਕਰਕੇ ਮੈਨੂੰ ਕਿਸੇ ਹੋਰ ਦੀ ਸਰਟੀਫਿਕੇਟ ਦੀ ਲੋੜ ਨਹੀਂ। ਕੀ ਇੰਟਰੋਸਪੈਕਸ਼ਨ ਕੀਤਾ ਕਿ ਵਾਟ ਵਾਜ਼ ਦਾ ਡਿਬੈਕਲ ਔਰ ਵਾਟ ਵਾਜ਼ ਦਾ ਕਾਜ਼ ਆਫ ਯੂਰ ਡਿਬੈਕਲ ਇਨ ਇਲੈਕਸ਼ਨਸ? ਇਹਦਾ ਕਾਜ਼ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਗੁਰੂ ਦੀ ਗੋਲਕ, ਗੁਰਦੁਆਰਿਆਂ ਦਾ ਸਟਾਫ, ਤੁਸੀਂ ਦੇਖੋ ਇਹਨਾਂ ਤੇ 9 ਮੁਕੱਦਮੇ ਤਾਂ ਮੇਰੇ ਵੱਲੋਂ ਹੀ ਪਏ ਨੇ ਕਿ ਜਿੱਥੇ ਇਹਨਾਂ ਨੇ MCC ਦੀ ਵਾਇਲੇਸ਼ਨ ਕੀਤੀ ਹੈ, ਜਿੱਥੇ ਇਹਨਾਂ ਨੇ ਗੁਰੂ ਦੇ ਗੋਲਕਾਂ ਦੇ ਫੰਡ ਵਰਤੇ ਨੇ, ਜੋ ਕੰਮ ਇਹਨਾਂ ਨੇ ਕੀਤਾ ਉਹ ਤੁਹਾਡੇ ਸਾਹਮਣੇ ਹੈ। ਨੰਬਰ 1। ਨੰਬਰ 2, ਤੁਹਾਨੂੰ ਮੈਂ ਆਖਿਆ ਕਿ ਲੋ ਪਰਸੈਂਟੇਜ ਆਫ ਪੋਲਿੰਗ ਹੋਈ। ਨੰਬਰ 3 ਕਿ ਮੈਂ ਸਮਝਦਾ ਕਿ ਜਿਹੜੀ ਸਾਡੀ ਆਪਸ 'ਚ ਕੋਲੈਬੋਰੇਸ਼ਨ ਨਹੀਂ ਹੋ ਸਕੀ, ਉਹਦਾ ਇੱਕ ਬਹੁਤ ਵੱਡਾ ਫਾਇਦਾ। ਸਰਸਾ ਸਾਹਿਬ ਤਾਂ ਕਹਿੰਦੇ ਸੀਗੇ ਕਿ ਮੈਂ 40 ਸੀਟਾਂ ਤੋਂ ਘੱਟ ਲਿਆਇਆ ਤੇ ਮੈਂ ਪ੍ਰਧਾਨਗੀ ਦਾ ਕੈਂਡੀਡੇਟ ਨਹੀਂ ਹੋਵਾਂਗਾ। ਗੁਰਦੁਆਰਾ ਰਕਾਬਗੰਜ ਸਾਹਿਬ 'ਚ ਸ਼ਹੀਦੀ ਸਥਾਨ ਤੇ ਬੈਠ ਕੇ ਬੋਲੇ ਨੇ। ਅੱਜ 40 ਦੀ ਬਜਾਏ 27 ਤੇ ਰਹਿ ਗਏ, ਆਪਣੀ ਇਲੈਕਸ਼ਨ ਹਾਰ ਗਏ। ਫਿਰ ਚੋਰੀ ਮੋਰੀ ਦੇ ਨਾਲ ਸੁਖਬੀਰ ਸਿੰਘ ਉਹਨਾਂ ਨੂੰ ਭੇਜਣਾ ਚਾਹ ਰਿਹਾ ਨੇ। ਮੈਂ ਸਮਝਦਾ ਵਾਂ ਕਿ ਇਹਦੇ 'ਚ ਕਈ ਗੱਲਾਂ ਹੈ ਨੇ ਜਿੱਥੇ ਸਾਡੇ ਫੈਸਲੇ ਕੁਝ ਗਲਤ ਹੋਏ ਨੇ। ਕੁਝ ਹਾਲਾਤ ਐਸੇ ਸੀਗੇ ਕਿ ਜਿਹੜੇ ਹਾਲਾਤ ਅਸੀਂ ਨਹੀਂ ਮੈਨੇਜ ਕਰ ਸਕੇ। ਕੀ ਤੁਹਾਨੂੰ ਲੱਗਦਾ ਕਿ 41 ਸੀਟ ਸੇ ਇਲੈਕਸ਼ਨ ਲੜਨਾ ਐਜ਼ ਅ ਨਿਊ ਪਾਰਟੀ was a wrong or immature decision for the new party like yours? ਮੈਂ ਸਮਝਦਾ ਕਿ ਮਨਜੀਤ ਸਿੰਘ ਦਾ ਚਿਹਰਾ ਕੋਈ ਨਵਾਂ ਨਹੀਂ ਸੀਗਾ। ਜਾਗੋ ਦਾ ਚਿਹਰਾ ਮਨਜੀਤ ਸਿੰਘ ਦਾ, ਜਥੇਦਾਰ ਸੰਤੋਖ ਸਿੰਘ ਦੀ ਵਿਰਾਸਤ ਸੀ। ਤੁਸੀਂ ਸਾਰੀਆਂ ਪਾਰਟੀਆਂ ਇਕੱਠੀਆਂ ਕਰ ਲਵੋ, ਇਲੈਕਸ਼ਨ ਦਾ ਰਿਜ਼ਲਟ ਇੱਕ ਪਾਸੇ ਛੋੜ ਦਿਓ, ਲੇਕਿਨ ਕੋਈ ਵੀ ਪਾਰਟੀ, ਉਹ ਭਾਵੇਂ ਸਰਨਾ ਸਾਹਿਬ ਦੀ ਹੋਵੇ, ਭਾਵੇਂ ਉਹ ਅਕਾਲੀ ਦਲ ਬਾਦਲ ਹੋਵੇ, ਇਹ ਜਥੇਦਾਰ ਸੰਤੋਖ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਦਾ ਜੋ 70 ਸਾਲ ਦਾ ਇਤਿਹਾਸ ਹੈ ਉਹਦੇ ਨੇੜੇ ਵੀ ਨਹੀਂ ਆ ਸਕਦੇ। ਮੈਂ ਫਿਰ ਕਹਿ ਰਿਹਾ ਵਾਂ, ਔਨ ਰਿਕਾਰਡ ਕਹਿ ਰਿਹਾ, ਉਹਦੇ ਨੇੜੇ ਵੀ ਨਹੀਂ ਆ ਸਕਦੇ। ਇਸ ਕਰਕੇ ਮੈਂ ਸਮਝਦਾ ਮੈਂ ਆਪਣਾ ਸਟੈਪ ਠੀਕ ਲਿਆ। ਫੈਸਲਾ ਸੰਗਤ ਦਾ, ਉਸ ਨੂੰ ਮਨਜ਼ੂਰ ਕਰਦਾ ਵਾਂ, ਸਿਰ ਮੱਥੇ ਤੇ ਰੱਖਣਾ। ਐਨਾਲਿਸਿਸ ਜੋ ਹੈਗੇ ਨੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਤੁਸੀਂ ਇੱਕ ਵੋਟ ਕਟਰ ਦਾ ਵੀ ਕੰਮ ਕੀਤਾ ਹੈ ਬਾਦਲ ਦਲ, ਜਿਸ ਦੇ ਕਾਰਨ ਬਾਦਲ ਦਲ ਨੂੰ ਇੱਕ ਫ੍ਰੀ ਵੇ ਮਿਲਿਆ।
ਸਿਚੁਏਸ਼ਨ ਇਹ ਹੈ ਕਿ ਇਹ ਫਿਰ ਸਰਨਾ ਦਲ ਦੇ ਉੱਤੇ ਕਿਉਂ ਨਹੀਂ ਜਾਂਦਾ, ਇਹ ਭਾਈ ਵਡਾਲਾ ਦੇ ਉੱਤੇ ਕਿਉਂ ਨਹੀਂ ਜਾਂਦਾ ਕਿ ਜਿਹੜੇ 2 ਵਾਰੀ ਇਲੈਕਸ਼ਨ ਲੜ ਚੁੱਕੇ ਨੇ, ਇੱਕ ਸੀਟ ਕਦੀ ਨਹੀਂ ਜਿੱਤੀ, ਕੀ ਉਹ ਅਕਾਲੀ ਦਲ ਬਾਦਲ ਦੀ ਬੀ ਟੀਮ ਤੇ ਨਹੀਂ ਨੇ। ਇਹ ਗੱਲ ਪੰਥਕ ਸੇਵਾ ਦਲ ਜਿਹੜਾ ਪਿਛਲੀ ਵਾਰੀ ਕੇਜਰੀਵਾਲ ਨੇ ਪੂਰੀ ਸਪੋਰਟ ਕੀਤੀ ਸੀ, ਉਹ ਆਫਸ਼ੂਟ ਹੈਗੀ ਹੈ ਇੱਕ ਕਿਸਮ ਦੀ ਆਮ ਆਦਮੀ ਅਕਾਲੀ ਦਲ ਦੀ, ਇਹ ਉਹਦੇ ਤੇ ਉਹ ਗੱਲ ਕਿਉਂ ਨਹੀਂ ਜਾਂਦੀ। ਅਸੀਂ ਹਮੇਸ਼ਾ ਜਥੇਦਾਰ ਸੰਤੋਖ ਸਿੰਘ ਨੇ ਆਪਣੀ ਪਾਰਟੀ ਬਣਾ ਕੇ ਲੜੀ ਸੀਗੀ, ਅਕਾਲੀ ਦਲ ਦੇ ਖਿਲਾਫ ਲੜੀ ਸੀ, ਔਰ ਪਹਿਲੀ ਦਫਾ ਇਤਿਹਾਸ 'ਚ ਅਕਾਲੀ ਦਲ ਦੇ ਖਿਲਾਫ ਕੋਈ ਵੀ ਲੜੇ 3% ਤੋਂ ਵੱਧ ਵੋਟਾਂ ਨਹੀਂ ਆਉਂਦੀਆਂ ਸੀ। ਪਹਿਲੀ ਦਫਾ 23 ਸੀਟਾਂ ਲੈ ਕੇ ਜਥੇਦਾਰ ਸੰਤੋਖ ਸਿੰਘ ਨੇ ਸਾਬਤ ਕੀਤਾ ਸੀ। ਔਰ ਜਦ ਤੱਕ ਜਥੇਦਾਰ ਸੰਤੋਖ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਰਹੀਆਂ, ਅਕਾਲੀ ਦਲ 42 ਸੀਟਾਂ ਲੈ ਕੇ ਆਉਂਦਾ ਰਿਹਾ। ਔਰ ਜਦੋਂ 14 ਸਾਲ ਦਾ ਬਨਵਾਸ ਅਕਾਲੀ ਦਲ ਕੱਟ ਚੁੱਕਿਆ ਸੀ, ਸਰਨਾ ਸਾਹਿਬ ਉਹਨਾਂ ਨੂੰ ਵੜਨ ਨਹੀਂ ਦਿੰਦੇ ਸੀਗੇ। 2013 ਤੇ 2017 ਦੇ ਨਤੀਜੇ ਦੇਖ ਲਓ, ਇਹਦਾ ਜਵਾਬ ਤੁਹਾਨੂੰ ਮਿਲ ਜਾਏਗਾ ਕਿ ਬਾਦਲ ਦਲ ਕਲੀਨ ਸਵੀਪ ਕਿਵੇਂ ਲੈ ਜਾਂਦਾ ਰਿਹਾ। ਮਨਿੰਦਰ ਸਿੰਘ ਸਿੱਸਾ ਜੀ ਜੋ ਨਿਯੁਕਤੀ ਹੈ DSGMC ਮੈਂਬਰ ਐਜ਼ ਅ ਨੋਮੀਨੀ ਆਫ SGPC, ਤੁਹਾਡੀ ਪਾਰਟੀ ਤੇ ਸਰਨਾ ਪਾਰਟੀ ਨੇ ਉਹਦੇ ਉੱਤੇ ਸਵਾਲ ਖੜੇ ਕੀਤੇ ਨੇ, ਵਾਟ ਇਜ਼ ਦ ਰੀਜ਼ਨ? ਰੀਜ਼ਨ ਇੱਕੋ ਹੀ ਹੈ ਕਿ ਨੋਮੀਨੀ ਜਿਹੜਾ ਹੈਗਾ ਉਹ ਪ੍ਰਧਾਨ ਨਹੀਂ ਬਣ ਸਕਦਾ। ਦਿੱਲੀ ਦੀ ਸੰਗਤ ਨੇ ਉਸ ਨੂੰ ਹਰਾਇਆ ਹੈ, ਉਹਨੂੰ ਹਰਾਇਆ ਤੇ ਸੁਖਬੀਰ ਬਾਦਲ ਦੀ ਕੀ ਮਜਬੂਰੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਉਹ ਬਣਾਉਣਾ ਚਾਹੁੰਦੇ ਨੇ। ਦੂਜੀ ਗੱਲ, ਜਿਸ ਤਰੀਕੇ ਨਾਲ ਉੱਥੋਂ ਦੀ ਰੈਜ਼ੋਲੂਸ਼ਨ ਭੇਜਿਆ ਗਿਆ 23 ਤਰੀਕ 25 ਨੂੰ ਚਿੱਠੀ ਆ ਜਾਂਦੀ ਹੈ, 23 ਤਰੀਕ ਦਾ ਹਵਾਲਾ ਮੀਟਿੰਗ ਦਾ ਦਿੱਤਾ ਜਾ ਰਿਹਾ, ਉਸ ਮੀਟਿੰਗ 'ਚੋਂ ਡਿਸਕਸ ਨਹੀਂ ਹੋਇਆ। ਸੋ ਬੜੇ ਫਲॉज ਨੇ। ਔਰ ਇਸ ਤੋਂ ਇਲਾਵਾ ਇਹ ਅੰਮ੍ਰਿਤਧਾਰੀ ਵੀ ਨਹੀਂ ਹੈਗੇ। ਮੈਂ ਸਮਝਦਾ ਕਿ ਇਹਨਾਂ ਦੇ ਉੱਤੇ ਬੜੇ ਐਸੇ ਐਲੀਗੇਸ਼ਨਸ ਨੇ ਜਿਹਦੇ ਕਰਕੇ ਮੈਂਬਰ ਨਹੀਂ ਹੋਣੇ ਚਾਹੀਦੇ। ਤੁਹਾਨੂੰ ਕੀ ਲੱਗਦਾ ਹੈ DSGMC ਦਾ ਪ੍ਰੈਜ਼ੀਡੈਂਟ ਕੌਣ ਬਣਨਾ ਚਾਹੀਦਾ ਹੈ? ਐਜ਼ ਦੇयर ਆਰ ਰਿਪੋਰਟਸ ਕਿ ਦੇयर ਇਜ਼ ਅ ਇੰਟਰਨਲ ਰਿਫਟ ਕਿ ਬਾਦਲ ਜਿਹੜਾ ਪ੍ਰੈਜ਼ੀਡੈਂਟ ਸੀਟ ਹੈ ਉਹਦੇ ਵਿੱਚ ਕਾਲਕਾ ਔਰ ਸਿਰਸਾ ਦੀ ਇੱਕ ਇੰਟਰਨਲ ਰਿਫਟ ਚੱਲ ਰਹੀ ਹੈ, ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਇਹ ਆਪਸ 'ਚ ਇੱਕ ਦੂਸਰੇ ਦੇ ਸਕੇ ਨਹੀਂ ਹੈ। ਅਗਰ ਸਰਸੇ ਦਾ ਵਸ ਚੱਲੇ ਤੇ ਉਹ ਅੱਜ ਪੋਲੀਟੀਕਲ ਕਤਲ ਕਰ ਦੇਗਾ ਕਾਲਕੇ ਦਾ, ਔਰ ਅਗਰ ਕਾਲਕੇ ਦਾ ਵਸ ਚੱਲੇ, ਉਹ ਮਸ਼ਹੂਰ ਹੈ, ਉਹ ਸਰਸੇ ਦਾ ਪੋਲੀਟੀਕਲ ਕਤਲ ਕਰ ਦੇਗਾ। ਮੈਂ ਇਹ ਸਮਝਦਾ ਵਾਂ ਕਿ ਗੁਰੂ ਕਿਸੇ ਐਸੇ ਸ਼ਖਸੀਅਤ ਨੂੰ ਲੈ ਆਵੇ ਜਿਹੜਾ ਸ਼ਖਸੀਅਤ ਕੌਮ ਨੂੰ ਲੀਡ ਕਰ ਸਕੇ। ਜਿਹੜੀ ਫਾਈਨੈਂਸ਼ੀਅਲ ਕਰੰਚ ਦੇ ਵਿੱਚ ਸਰਸਾ ਕਾਲਕਾ ਨੇ ਇਸ ਕਮੇਟੀ ਨੂੰ ਫਸਾ ਦਿੱਤਾ ਹੈ, ਜਿਸ ਨੇ ਘਾਟੇ 'ਚ ਕਮੇਟੀ ਨੂੰ ਲੈ ਗਏ ਨੇ। ਮੈਂ ਸਮਝਦਾ ਕਿ ਬਹੁਤ ਉਦਮ ਕਰਨੇ ਪੈਣਗੇ, ਕੋਈ ਈਜ਼ੀ ਵਾਕ ਥਰੂ ਨਹੀਂ ਹੋਏਗਾ। ਇਹ ਕੰਡਿਆਂ ਦੀ ਤਾਰ ਦਾ ਤਖਤ ਤਾਜ ਹੋਏਗਾ ਜਿਹੜਾ ਵੀ ਆਪਣੇ ਸਿਰ ਤੇ ਲਏਗਾ। ਇਜ਼ देयर ਐਨੀ ਚਾਂਸਸ ਕਿ ਤੁਹਾਡੀ ਕਾਰ ਵਾਪਸੀ ਹੋਵੇ ਬਾਦਲ ਦਲ ਵਿੱਚ? ਮੇਰਾ ਬਾਦਲ ਦਲ ਦੇ ਨਾਲ ਕਦੀ ਵੀ ਕੋਈ ਸਮਝੌਤਾ ਨਹੀਂ ਹੋ ਸਕਦਾ, ਕਿਉਂਕਿ ਉਹਦਾ ਕਾਰਨ ਹੈ ਕਿ ਜਿਸ ਕਿਸਮ ਦੇ ਮੈਂ ਸਮਝਦਾ ਕਿ ਕੌਮ ਦੇ ਅਗੇਂਸਟ, ਗੁਰੂ ਦੇ ਅਗੇਂਸਟ ਜੋ ਸਟੈਂਡ ਬਾਦਲ ਦਲ ਨੇ ਲਿਆ, ਉਸ ਕਰਕੇ ਮੇਰਾ ਕਿਸੇ ਕਿਸਮ ਦਾ ਸਮਝੌਤਾ ਨਹੀਂ ਹੋ ਸਕਦਾ। ਅੱਜ ਮੈਨੂੰ ਇਹ ਕਿਹਾ ਜਾਂਦਾ ਹੈ ਕਿ ਜੀ ਇਹਨਾਂ ਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ। ਕਿਉਂ? ਮੇਰੇ ਪਿੱਛੇ ਸਰਸਾ ਜੀ, ਬਾਦਲ ਸਾਹਿਬ ਕਦੀ ਕਿਸੇ ਦੇ ਫੋਨ, ਕਦੀ ਕਿਸੇ ਦੇ ਫੋਨ ਤੁਹਾਡੇ ਘਰ ਆਉਣਾ ਚਾਹੁੰਦੇ ਆ। ਜੇ ਮੈਂ ਜਾਣਾ ਹੁੰਦਾ ਤੇ ਹੁਣ ਵੀ ਜਾ ਸਕਦਾ ਸੀ, ਬੜੇ ਕੁਝ ਦਿੰਦੇ ਸੀ, ਲੇਕਿਨ ਮੇਰਾ ਇਹਨਾਂ ਦੇ ਨਾਲ ਸਮਝੌਤਾ ਨਹੀਂ ਹੋ ਸਕਦਾ। ਮੈਂ ਦਿੱਲੀ ਦੀ ਸੰਗਤ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਤੁਸੀਂ ਨਾ ਸਾਰੇ ਕਿਤੇ ਕਲੱਬਾਂ 'ਚ ਬਹਿ ਕੇ, ਕਿਤੇ ਵਿਆਹ ਸ਼ਾਦੀਆਂ 'ਚ ਬਹਿ ਕੇ, ਕਿਤੇ ਗੁਰੂ ਘਰਾਂ ਦੇ ਵਿੱਚ ਬਹਿ ਕੇ, ਕਿਤੇ ਸਵੇਰੇ ਸੈਰ ਕਰਕੇ ਬੜੀਆਂ ਗੱਲਾਂ ਕਰਦੇ ਹੋ, ਬੜੇ ਨੁਕਸ ਕੱਢਦੇ ਹੋ। ਇਹ ਕਮੇਟੀ ਇੱਦਾਂ ਦੀ ਜੀ, ਇਹ ਕਮੇਟੀ ਉੱਦਾਂ ਦੀ। ਤੇ ਮੈਂ ਤੁਹਾਨੂੰ ਪੁੱਛਦਾ, ਵੋਟ ਕਿਉਂ ਨਹੀਂ ਪਾਉਣ ਆਏ ਤੁਸੀਂ ਘਰੋਂ ਨਿਕਲੇ ਕਿਉਂ ਨਹੀਂ? ਇਹ ਗੱਲਾਂ ਕਰਨੀਆਂ ਬੰਦ ਕਰ ਦਿਓ। ਤੁਸੀਂ ਆਪਣਾ ਦਰਦ ਸ਼ੋਅ ਕਰਦੇ ਹੋ ਨਾ, ਜੇ ਦਰਦ ਸ਼ੋਅ ਕਰਦੇ ਹੋ ਤਾਂ ਜਾ ਕੇ ਉਹਨਾਂ ਨੂੰ ਚੁਣਦੇ ਨਾ ਜਿਨ੍ਹਾਂ ਨੂੰ ਤੁਸੀਂ ਠੀਕ ਸਮਝਦੇ ਹੋ। ਮੇਰੇ ਕੋਲ ਤਾਂ ਨਹੀਂ ਜ਼ਰੂਰੀ ਤੁਸੀਂ ਮੈਨੂੰ ਦੇਣੀ ਹੈ। ਮੈਨੂੰ ਨਹੀਂ ਪਤਾ ਤੁਸੀਂ ਵਡਾਲਾ ਸਾਹਿਬ ਨੂੰ ਦੇਣੀ ਹੈ, ਸਰਸਾ ਨੂੰ ਦੇਣੀ ਹੈ, ਸਰਨੇ ਨੂੰ ਦੇਣੀ ਹੈ, ਕਿਹਨੂੰ ਦੇਣੀ ਹੈ, ਜਿਹਨੂੰ ਮਰਜ਼ੀ ਜਾ ਕੇ ਵੋਟ ਦਿੰਦੇ। ਲੇਕਿਨ ਪਤਾ ਤਾਂ ਲੱਗਦਾ ਨਾ ਕਿ ਮੈਜੋਰਿਟੀ ਕਮਿਊਨਿਟੀ ਨੇ ਸਾਨੂੰ ਚੁਣਿਆ। ਤੁਸੀਂ ਇੱਕ ਮਿਨੋਰਟੀ ਕਮਿਊਨਿਟੀ ਦੀ ਇਲੈਕਟਿਡ ਬਾਡੀ ਨੂੰ ਚੁਣਿਆ ਔਰ ਇਹਦਾ ਖਮਿਆਜ਼ਾ ਭੁਗਤੋਗੇ। ਮੈਂ ਸੰਗਤ ਨੂੰ ਕਹਿ ਰਿਹਾ, ਮੈਂ ਐਡਰੈਸ ਕਰ ਰਿਹਾ, ਇਹਦਾ ਖਮਿਆਜ਼ਾ ਭੁਗਤੋਗੇ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।